किसान मजदूर एकता जिंदाबाद, मोदी सरकार मुर्दाबाद, छड़ियां दी सरकार मुर्दाबाद। बीजेपी ਦੇ ਲੀਡਰ ਜਿਹੜੇ ਆ ਮੋਦੀ ਤੇ ਅਮਿਤ ਸ਼ਾਹ ਇਹਨੂੰ ਚਮਚਿਆਂ ਨੇ ਘੇਰਿਆ। ਇਹ ਪਤਾ ਹੀ ਨਹੀਂ ਲੱਗਣ ਦਿੰਦੇ ਅਸਲੀਅਤ ਕੀ ਆ। ਬੀਜੇਪੀ ਦੇ ਆਰਐਸਐਸ ਦੇ ਬੰਦਿਆਂ ਨੇ ਕਈ ਡੇਰਿਆਂ ਤੇ ਕਬਜ਼ੇ ਕੀਤੇ ਹੋਏ ਆ। ਰੰਗ ਭਾਵੇਂ ਪੱਗਾਂ ਦੇ ਵੱਖਰੇ ਵੱਖਰੇ, ਨੀਤੀਆਂ ਇਹਨਾਂ ਦੀ ਇੱਕ ਆ। ਪ੍ਰਧਾਨ ਦੀ ਨੀਤੀ ਉਹੀ ਚੱਲਣੀ ਆ ਜੋ ਕਾਂਗਰਸ ਦੀ ਨੀਤੀ ਆ, ਜੋ ਅਮਰਿੰਦਰ ਸਿੰਘ ਦੀ ਨੀਤੀ ਆ। ਜੇ ਇਹਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਦਮ ਹੁੰਦਾ ਤੇ ਚਿਦੰਬਰਮ ਸਾਹਿਬ ਜਿੱਦਣ ਰਾਜ ਸਭਾ 'ਚ ਬਿੱਲ ਪੇਸ਼ ਹੋਏ ਆ, ਚਿਦੰਬਰਮ ਔਰ ਡਾਕਟਰ ਮਨਮੋਹਨ ਸਿੰਘ ਜਾਣ ਬੁੱਝ ਕੇ ਗੈਰ ਹਾਜ਼ਰ ਹੋਏ ਆ ਔਰ ਬਹੁਮਤ ਉੱਥੇ ਰਾਜ ਸਭਾ 'ਚ ਆਪੋਜੀਸ਼ਨ ਪਾਰਟੀਆਂ ਦਾ ਸੀ। ਇਹਨਾਂ ਦੇ ਗੈਰ ਹਾਜ਼ਰ ਹੋਣ ਦੇ ਨਾਲ ਉੱਥੇ ਬਿੱਲ ਪਾਸ ਕਰਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ। ਪ੍ਰੋ ਪੰਜਾਬ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ। ਜ਼ਿਲ੍ਹਾ ਜਲੰਧਰ ਪਿੰਡ ਹਜ਼ਾਰਾ ਦੇ ਵਿੱਚ ਪਹੁੰਚਿਆ। ਜ਼ਿਲ੍ਹਾ ਜਲੰਧਰ ਦੇ ਵਿੱਚ ਜਿੱਥੇ ਵਿਜੇ ਸਿੰਪਲਾ ਦਾ ਵਿਰੋਧ ਕਰਨ ਦੇ ਲਈ ਜਿਹੜੇ ਕਿਸਾਨ ਆਗੂ ਨੇ ਮੌਜੂਦ ਨੇ, ਪਹੁੰਚੇ ਹੋਏ ਨੇ। ਕੀ ਗੱਲ ਹੋਈ ਜੀ, ਤੁਸੀਂ ਅੱਜ ਵਿਰੋਧ ਕਰਨ ਦੇ ਲਈ ਜਿਹੜੇ ਇੱਥੇ ਪਹੁੰਚੇ ਨੇ, ਕਿਹਦਾ ਵਿਰੋਧ ਕਰ ਰਹੇ ਹੋ, ਪੂਰਾ ਮਸਲਾ ਕੀ ਹੈ ਜੀ? ਇੱਥੇ ਬੀਜੇਪੀ ਦਾ ਜਿਹੜਾ ਲੀਡਰ ਆ ਵਿਜੇ ਸਿੰਪਲਾ ਜੀ, ਉਹਨੇ ਇੱਥੇ ਇੱਕ ਧਾਰਮਿਕ ਸਥਾਨ 'ਚ ਇੱਕ ਸਾਜ਼ਿਸ਼ ਤਹਿਤ ਆ ਰਿਹਾ ਸੀ, ਕਿਉਂਕਿ ਬੀਜੇਪੀ ਦੇ ਆਰਐਸਐਸ ਦੇ ਬੰਦਿਆਂ ਨੇ ਕਈ ਡੇਰਿਆਂ ਤੇ ਕਬਜ਼ੇ ਕੀਤੇ ਹੋਏ ਆ ਔਰ ਡੇਰਿਆਂ ਦੇ ਵਿੱਚ ਉਹ ਲੋਕਾਂ ਨੂੰ ਜੋੜ ਕੇ ਬੀਜੇਪੀ ਦੇ ਨਾਲ ਜੋੜਨ ਲਈ ਕੋਸ਼ਿਸ਼ਾਂ ਕਰ ਰਹੇ ਆ। ਉਹਨੂੰ ਕਰਨ ਲਈ, ਉਠਾਉਣ ਲਈ ਇਹ ਬੀਜੇਪੀ ਦਾ ਲੀਡਰ ਸਿੰਪਲਾ ਆ ਰਿਹਾ ਸੀ। ਉਹਦਾ ਅਸੀਂ ਪਹਿਲਾਂ ਵੀ ਬਾਰ-ਬਾਰ ਕਹਿ ਚੁੱਕੀ ਕਿਸਾਨ ਲੀਡਰਸ਼ਿਪ ਕਿ ਜਿੰਨਾ ਚਿਰ ਕਿਸਾਨ ਅੰਦੋਲਨ ਚੱਲਦਾ ਆ 500 ਤੋਂ ਵੱਧ ਸ਼ਹਾਦਤਾਂ ਹੋ ਚੁੱਕੀਆਂ ਆ ਔਰ ਬੀਜੇਪੀ ਦੇ ਲੀਡਰਾਂ ਤੇ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਅਸੀਂ ਬੀਜੇਪੀ ਦਾ ਕਿਸੇ ਵੀ ਪੰਜਾਬ ਦੇ ਪਿੰਡ 'ਚ ਵੜਨ ਨਹੀਂ ਦਿਆਂਗੇ ਔਰ ਇਹਦੇ ਬਾਵਜੂਦ ਇਹ ਸ਼ਰਾਰਤਾਂ ਕਰਨੋਂ ਨਹੀਂ ਹਟਦੇ। ਅੱਜ ਉਹਨਾਂ ਦਾ ਪ੍ਰੋਗਰਾਮ ਸੀ ਇੱਥੇ ਆਉਣ ਦਾ ਤੇ ਸਾਰੇ ਕਿਸਾਨ ਇਲਾਕੇ ਦੇ ਨੂੰ ਪਤਾ ਲੱਗਾ ਤੇ ਸਾਰੇ ਕਿਸਾਨ ਇਕੱਠੇ ਹੋ ਕੇ ਬੀਜੇਪੀ ਦਾ ਵਿਰੋਧ ਕੀਤਾ ਔਰ ਡਟਵਾਂ ਵਿਰੋਧ ਹੋਇਆ। ਉਹ ਇੱਥੋਂ ਆਪਣਾ ਦੌੜ ਕੇ ਬਚਿਆ, ਚਲਾ ਗਿਆ, ਭੱਜ ਗਿਆ ਤੇ ਅਸੀਂ ਨਿੰਦਾ ਕਰਦੇ ਹਾਂ ਕਿ ਉਹ ਬਾਰ-ਬਾਰ ਉਹਨਾਂ ਨੂੰ ਆਉਣਾ ਨਹੀਂ ਚਾਹੀਦਾ। ਕੀ ਲੱਗਦਾ ਜੀ ਕਿਸੇ ਸਾਜ਼ਿਸ਼ ਅਧੀਨ ਇਹ ਕੰਮ ਹੋ ਰਹੇ ਨੇ? ਕਿਉਂਕਿ ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਕਸਬੇ ਦੇ ਵਿੱਚ ਉਹਨਾਂ ਦਾ ਵਿਰੋਧ ਹੋ ਰਿਹਾ। ਕੀ ਲੱਗਦਾ ਜੀ ਪੰਜਾਬ ਨੂੰ ਬਦਨਾਮ ਕਰਨ ਲਈ ਤੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਲਈ ਅਜਿਹੀਆਂ ਕੁਝ ਸਾਜ਼ਿਸ਼ਾਂ ਕੀਤੀ ਜਾ ਰਹੀਆਂ? ਇਹ ਇੱਕ ਸਾਜ਼ਿਸ਼ ਆ ਬੀਜੇਪੀ ਦੀ ਤਾਂ ਕਿ ਲੋਕ ਭੜਕ ਜਾਣ ਤੇ ਭੜਕ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕ ਗਲ ਪੈ ਜਾਣ ਤੇ ਉਹਨਾਂ ਨੂੰ ਬਦਨਾਮ ਕੀਤਾ ਜਾਵੇ। ਇਹ ਬੀਜੇਪੀ ਦੀ ਸਾਜ਼ਿਸ਼ ਆ। ਉਹ ਸਾਜ਼ਿਸ਼ ਦੇ ਤਹਿਤ ਇਹ ਬਾਰ-ਬਾਰ ਲੋਕਾਂ ਦੇ ਵਿਰੋਧ ਹੋਣ ਦੇ ਬਾਵਜੂਦ ਕਈ ਥਾਈਂ ਇਹਨਾਂ ਦਾ ਵਿਰੋਧ ਹੋਇਆ ਤੇ ਅਸੀਂ ਨਹੀਂ ਚਾਹੁੰਦੇ, ਪੀਸਫੁਲ ਵਿਰੋਧ ਅਸੀਂ ਚਾਹੁੰਦੇ ਹਾਂ। ਅਸੀਂ ਇਹ ਨਹੀਂ ਚਾਹੁੰਦੇ ਵੀ ਕਿਸੇ ਦੇ ਕੱਪੜੇ ਲਾਏ ਜਾਣ ਜਾਂ ਕਿਸੇ ਨੂੰ ਕੁੱਟਿਆ ਜਾਵੇ, ਲੇਕਿਨ ਇਹ ਸਾਜ਼ਿਸ਼ਾਂ ਇੱਦਾਂ ਦੀਆਂ ਕਰਦੇ ਆ ਜਿਹਦੇ ਨਾਲ ਕਿਸਾਨ ਆਪ ਮੁਹਾਰੇ ਗੁੱਸੇ 'ਚ ਆ ਕੇ ਕਈ ਵਾਰੀ ਉਹਨਾਂ ਦੇ ਕੱਪੜੇ ਵੀ ਲਾਉਣ ਤੇ ਹੀ ਗਏ ਆ, ਕਈ ਵਾਰੀ ਉਹਨਾਂ ਦੇ ਹੱਥੋਂ ਪਾਈ ਵੀ ਹੋਈ ਆ। ਕੁੱਟਮਾਰ ਕੌਣ ਕਰ ਰਿਹਾ ਜੀ? ਇਹਨਾਂ ਨਾਲ ਕੁੱਟਮਾਰ ਕੌਣ ਕਰ ਰਿਹਾ? ਖੁਦ ਕਿਸਾਨ ਕਰ ਰਹੇ ਨੇ, ਕੌਣ ਕਰ ਰਿਹਾ? ਇਹ ਸ਼ਰਾਰਤੀ ਅਨਸਰ ਆ ਜੀ। ਕਿਸਾਨ ਬਿਲਕੁਲ ਡਿਸਿਪਲਿਨ 'ਚ ਆ। ਕਿਸਾਨ ਬਿਲਕੁਲ ਨਹੀਂ ਚਾਹੁੰਦੇ ਕੁੱਟਮਾਰ ਕਰਨੀ, ਕਿਸੇ ਕਿਸਮ ਦੀ ਗੜਬੜ ਨਹੀਂ ਚਾਹੁੰਦੇ। ਕਿਸਾਨ ਤਾਂ ਪੀਸਫੁਲੀ ਆਪਣਾ ਵਿਰੋਧ ਦਰਜ ਕਰਾਉਂਦੇ ਆ ਵੀ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ। ਨਾਅਰੇ ਲਾਉਂਦੇ ਆ ਕਿਸਾਨ ਵੀ ਗੋ ਬੈਕ ਦੇ ਨਾਅਰੇ ਲਾਉਂਦੇ ਆ, ਬੀਜੇਪੀ ਦੇ ਲੀਡਰਾਂ ਦੀ ਮੁਰਦਾਬਾਦ ਕਰਦੇ ਆ। ਅਸੀਂ ਨਾ ਕਿਸੇ ਦੇ ਕੱਪੜੇ ਲਾਉਣ ਦੇ ਹੱਕ 'ਚ ਆ, ਨਾ ਅਸੀਂ ਕੋਈ ਇਨਡਿਸਿਪਲਿਨਰੀ ਜਾਂ ਮੂਵਲਾਈਜ਼ਿੰਗ ਕਰਨ ਦੇ ਹੱਕ 'ਚ। ਕੀ ਲੱਗਦਾ ਜੀ ਫਿਰ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਕੌਣ ਇਹੋ ਜਿਹਾ ਸਾਜ਼ਿਸ਼ ਕਰ ਰਿਹਾ? ਲਗਾਤਾਰ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਲਈ ਸਭ ਤੋਂ ਪਹਿਲਾਂ ਇਹ ਨਹੀਂ ਕਿਹਾ ਕਿ ਇਕੱਲੇ ਪੰਜਾਬ ਦੇ ਕਿਸਾਨ ਆ ਤੇ ਕਾਂਗਰਸ ਦੇ ਚੱਕੇ ਹੋਆ ਕੈਪਟਨ ਅਮਰਿੰਦਰ ਸਿੰਘ ਦੇ। ਉਸ ਤੋਂ ਬਾਅਦ ਇਹਨਾਂ ਨੇ ਸ਼ੋਅ ਕੀਤਾ ਕਿ ਇਹ ਖਾਲਿਸਤਾਨੀ ਆ ਜੀ। ਫਿਰ ਕਿਹਾ ਕਿ ਚੀਨ ਦੇ ਤਾਂ ਪਾਕਿਸਤਾਨ ਦੇ ਚੱਕੇ ਹੋਆ। ਫਿਰ ਇਹਨਾਂ ਨੇ ਪੰਜਾਬ ਤੇ ਹਰਿਆਣੇ ਦਾ ਮਸਲਾ ਵੀ ਖੜਾ ਕੀਤਾ। ਇਹ ਬਾਰ-ਬਾਰ ਕਈ ਤਰ੍ਹਾਂ ਦੇ ਨਾਲ ਸਾਜ਼ਿਸ਼ਾਂ ਕਰਕੇ ਚੱਕਦੇ ਰਹੇ ਆ ਇਸ ਮੂਵਮੈਂਟ ਨੂੰ ਬਦਨਾਮ ਕਰਨ ਲਈ ਵੀ ਚੰਦ ਲੋਕ ਆ ਇਹ ਮੂਵਮੈਂਟ ਚਲਾ ਰਿਹਾ। ਲੇਕਿਨ ਅੱਜ ਇਹ ਕਿਸਾਨ ਅੰਦੋਲਨ ਸਾਰੇ ਭਾਰਤ ਦੇ ਸਾਰੇ ਪਿੰਡਾਂ ਤੱਕ ਫੈਲ ਚੁੱਕਾ ਆ ਔਰ ਜਿੱਥੇ ਵੀ ਬੀਜੇਪੀ ਜਾਂਦੀ ਆ, ਇਲੈਕਸ਼ਨ ਹੋਏਗੀ, ਉੱਥੇ ਬੀਜੇਪੀ ਨੂੰ ਪਤਾ ਲੱਗ ਜਾਏਗਾ। ਕੰਨ 'ਤੇ ਲਿਖਿਆ ਅਜੇ ਪੜ੍ਹ ਨਹੀਂ ਹੁੰਦਾ, ਕਿਉਂਕਿ ਬੀਜੇਪੀ ਦੇ ਲੀਡਰ ਜਿਹੜੇ ਆ ਮੋਦੀ ਤੇ ਅਮਿਤ ਸ਼ਾਹ ਇਹਨੂੰ ਚਮਚਿਆਂ ਨੇ ਘੇਰਿਆ। ਇਹ ਪਤਾ ਹੀ ਨਹੀਂ ਲੱਗਣ ਦਿੰਦੇ ਅਸਲੀਅਤ ਕੀ ਆ। ਅਜੇ ਲੋਕਾਂ ਨੇ ਇਹਨਾਂ ਨੂੰ ਹਰਿਆਣੇ ਦੇ ਵਿੱਚ ਹੁਣ ਇਲੈਕਸ਼ਨ ਹੋ ਕੇ ਹਟੀ ਆ, ਉੱਥੇ ਮਿਊਨਿਸਪਲ ਕਮੇਟੀ ਦੀਆਂ ਸਾਰੀਆਂ ਚੋਣਾਂ ਹਾਰੇ ਆ। ਪੰਜਾਬ 'ਚ ਸ਼ਹਿਰਾਂ ਦੀਆਂ ਕਮੇਟੀਆਂ ਦੀਆਂ ਚੋਣਾਂ ਹਾਰੇ, ਇਹ ਪੂਰੀ ਤਰ੍ਹਾਂ ਹਾਰੇ ਆ। ਔਰ ਯੂਪੀ ਦੇ ਵਿੱਚ ਜਿਹੜਾ ਯੂਪੀ ਦੀ ਗੜ੍ਹ ਗਿਣਿਆ ਜਾਂਦਾ, ਮੰਦਰਾਂ ਦਾ ਗੜ੍ਹ, ਰਾਮ ਮੰਦਰ ਦੇ ਨਾਂ 'ਤੇ ਜੇ 'ਤੇ ਵੋਟਾਂ ਲੈ ਕੇ ਸਿਆਸਤ ਕੀਤੀ ਇਹਨਾਂ ਨੇ ਔਰ ਬੀਜੇਪੀ ਸਰਕਾਰ ਦੇ ਵਿੱਚ ਆਏ ਆ, ਉਹ ਉੱਥੇ ਰਾਮ ਮੰਦਰ ਨਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਉੱਥੇ ਵੀ ਲੋਕਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਚਿੱਤ ਕੀਤਾ, ਬਹੁਤ ਬੁਰੀ ਤਰ੍ਹਾਂ ਚਿੱਤ ਕੀਤਾ। 3300 3500 ਸੀਟ ਸੀ, ਜਿਹਦੇ 'ਚੋਂ ਬੀਜੇਪੀ ਨੂੰ ਸਿਰਫ 500 ਸੀਟ ਆਈ ਆ। ਹੁਣ ਧੱਕੇ ਨਾਲ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਉਹਨਾਂ ਦੇ ਘਰਾਂ ਦੇ ਮੂਹਰੇ ਲਾ ਕੇ ਮਸ਼ੀਨਾਂ ਕਿ ਤੁਹਾਡੇ ਘਰ ਢਾਹ ਦਿਆਂਗੇ ਜੇ ਤੁਸੀਂ ਵੋਟ ਨਾ ਪਾਈ। ਇਸ ਤਰੀਕੇ ਨਾਲ ਚੱਕ ਠੱਲ ਕਰਕੇ, ਹੇਰਾ ਫੇਰੀ ਕਰਕੇ, ਪੈਸੇ ਦੇ ਕੇ ਉਹਨਾਂ ਨੇ ਜ਼ਿਲ੍ਹਾ ਪ੍ਰੀਸ਼ਦਾਂ ਉੱਤੇ ਕਬਜ਼ਾ ਕੀਤਾ। ਲੇਕਿਨ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਉਹਦੇ 'ਚ ਬੀਜੇਪੀ ਬਹੁਤ ਹੀ ਬੁਰੀ ਤਰ੍ਹਾਂ ਹਾਰੀ ਹੈ। ਕੱਲ ਪ੍ਰਧਾਨ ਬਣੇ ਨੇ ਸਿੱਧੂ, ਕਾਂਗਰਸ ਦੇ ਪ੍ਰਧਾਨ ਬਣੇ ਨੇ। ਕੀ ਲੱਗਦਾ ਪੰਜਾਬ ਨੂੰ ਕੋਈ ਕਿਸਾਨੀ ਨੂੰ ਜਾਂ
ਪੰਜਾਬ ਨੂੰ ਕੋਈ ਆਸ ਵੱਜੀ ਹੈ ਜੀ ਦੀ? ਦੇਖੋ ਜੀ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਬੀਜੇਪੀ ਹੋਵੇ, ਇਹਨਾਂ ਦਾ ਕੋਈ ਪ੍ਰਧਾਨ ਬਣ ਜਾਏ, ਰੰਗ ਭਾਵੇਂ ਪੱਗਾਂ ਦੇ ਵੱਖਰੇ ਵੱਖਰੇ, ਨੀਤੀਆਂ ਇਹਨਾਂ ਦੀ ਇੱਕ ਆ। ਪ੍ਰਧਾਨ ਦੀ ਨੀਤੀ ਉਹੀ ਚੱਲਣੀ ਆ ਜੋ ਕਾਂਗਰਸ ਦੀ ਨੀਤੀ ਆ, ਜੋ ਅਮਰਿੰਦਰ ਸਿੰਘ ਦੀ ਨੀਤੀ ਆ। ਇਹ ਆ ਜਾਵੇ, ਕੋਈ ਆ ਜਾਏ, ਕੋਈ ਫਰਕ ਨਹੀਂ ਪੈਣ ਵਾਲਾ। ਤੇ ਕੀ ਲੱਗਦਾ ਜੀ ਸਿੱਧੂ ਸਾਹਿਬ ਜਿਹੜੇ ਕੱਲ ਸਟੇਜ ਤੋਂ ਹੀ ਬੋਲੇ ਸੀ ਮੈਂ ਕਿਸਾਨੀ ਦਾ ਭਲਾ ਕਰੂੰਗਾ, ਸਭ ਕੁਝ ਕਰੂੰਗਾ, ਕੀ ਲੱਗਦਾ ਜੀ ਗੱਲਾਂ ਜੀ? ਗੱਲਾਂ ਹੀ ਆ, ਝੂਠੀਆਂ ਗੱਲਾਂ ਆ, ਕੁਛ ਨਹੀਂ ਕੀਤਾ। ਜੇ ਇਹਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਦਮ ਹੁੰਦਾ ਤੇ ਚਿਦੰਬਰਮ ਸਾਹਿਬ ਜਿੱਦਣ ਰਾਜ ਸਭਾ 'ਚ ਬਿੱਲ ਪੇਸ਼ ਹੋਏ ਆ, ਚਿਦੰਬਰਮ ਔਰ ਡਾਕਟਰ ਮਨਮੋਹਨ ਸਿੰਘ ਜਾਣਬੁੱਝ ਕੇ ਗੈਰ ਹਾਜ਼ਰ ਹੋਏ ਆ ਔਰ ਬਹੁਮਤ ਉੱਥੇ ਰਾਜ ਸਭਾ 'ਚ ਆਪੋਜੀਸ਼ਨ ਪਾਰਟੀਆਂ ਦਾ ਸੀ। ਇਹਨਾਂ ਦੇ ਗੈਰ ਹਾਜ਼ਰ ਹੋਣ ਦੇ ਨਾਲ ਉੱਥੇ ਬਿੱਲ ਪਾਸ ਕਰਾਉਣ ਦਾ ਉਹਨਾਂ ਨੂੰ ਮੌਕਾ ਮਿਲਿਆ। ਜਿਹੜੇ ਆਪਣੇ ਕਿਸਾਨ ਨੇ 550 ਦੇ ਉੱਤੇ ਸ਼ਹਾਦਤਾਂ ਹੋ ਗਈਆਂ ਨੇ, ਉਦੋਂ ਤੋਂ ਆਪਾਂ ਪੀਸਫੁਲ ਬੈਠੇ ਆ, ਤੇ ਹੁਣ ਜਦੋਂ ਬਿੱਲ ਰੱਦ ਕਰਾਉਣ ਦਾ ਜਿਹੜਾ ਟਾਈਮ ਆ ਰਿਹਾ, ਜਦੋਂ ਨਜ਼ਦੀਕ ਹੀ ਲਾ ਲਓ ਟਾਈਮ ਆ ਗਿਆ, ਕਿਉਂਕਿ ਸਮਾਂ ਬਹੁਤ ਹੋ ਗਿਆ, 8 ਮਹੀਨੇ ਤੋਂ ਜਿਹੜਾ ਸਮਾਂ ਲੰਘ ਗਿਆ। ਦੇਖੋ, ਬੀਜੇਪੀ ਦੇ ਪਿੱਛੇ ਕਾਰਪੋਰੇਟ ਘਰਾਣੇ ਆ, ਦੇਸੀ ਵਿਦੇਸੀ ਕੰਪਨੀਆਂ ਆ, ਵਰਲਡ ਬੈਂਕ ਆ, WT ਆ, TO ਆ, ਜਿਹੜੀਆਂ ਕਿ ਪ੍ਰੈਸ਼ਰ ਪਾ ਰਹੀਆਂ ਕਿ ਬਿੱਲ ਰੱਦ ਨਹੀਂ ਹੋਣੇ ਚਾਹੀਦੇ ਕਿਸੇ ਕੀਮਤ 'ਤੇ ਵੀ, ਕਿਉਂਕਿ ਇਹਦੇ ਨਾਲ ਅਜਾਰੇਦਾਰ ਘਰਾਣਿਆਂ ਨੇ ਜਿਹੜੇ ਵੱਡੇ ਵੱਡੇ ਗੋਦਾਮ ਬਣਾ ਲਏ ਆ, ਉਹਨਾਂ ਨੇ ਪੈਸਾ ਖਰਚ ਲਿਆ ਤੇ ਮੋਦੀ ਸਰਕਾਰ ਨੂੰ ਇਲੈਕਸ਼ਨਾਂ ਵੀ ਉਹਨਾਂ ਨੇ ਜਿਤਾਈਆਂ। ਇਸ ਕਰਕੇ ਉਹ ਬਿੱਲ ਰੱਦ ਕਰਨ ਲਈ ਅਜੇ ਤਿਆਰ ਨਹੀਂ ਹੈ ਔਰ ਇਲੈਕਸ਼ਨਾਂ ਹਾਰਨਗੇ। ਇਲੈਕਸ਼ਨਾਂ ਹਾਰਨ ਤੋਂ ਬਾਅਦ ਜਿਹੜੀ ਕੋਈ ਨਵੀਂ ਸਰਕਾਰ ਬਣੂਗੀ ਉਹਦੇ ਉੱਤੇ ਦੇਖੇ ਜਾਏ। ਬੀਜੇਪੀ ਦੇ ਆਗੂ ਨੂੰ ਕੋਈ ਸੁਨੇਹਾ ਜਾਂਦੇ ਬੀਜੇਪੀ ਦੇ ਆਗੂਆਂ ਨੂੰ ਸੁਨੇਹਾ ਇਹ ਹੀ ਆ ਕਿ ਜੇ ਬੀਜੇਪੀ ਬਚਾਉਣੀ ਆ, ਤੁਸੀਂ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਆਪਣੇ ਘਰਾਂ 'ਚੋਂ ਬਾਹਰ ਨਿਕਲਣ ਜੋਗੇ ਰਹਿਣਾ ਆ ਤੇ ਕਿਸਾਨਾਂ ਦੇ ਨਾਲ ਇਨਸਾਫ ਕਰੋ। ਕਿਸਾਨ ਜਿਹੜੇ ਬੈਠੇ ਆ ਲੱਖਾਂ ਦੀ ਗਿਣਤੀ 'ਚ, ਉਹਨਾਂ ਦੀ ਫਰਿਆਦ ਨੂੰ ਸੁਣੋ, ਕੰਧਾਂ 'ਤੇ ਲਿਖਿਆ ਪੜ੍ਹੋ। ਔਰ ਇਹ ਜਿਹੜੇ ਬਿੱਲ ਜਿਹੜੇ ਆ, ਕਿਸਾਨ ਇਹਨਾਂ ਨੂੰ ਲੈਣ ਨੂੰ ਤਿਆਰ ਨਹੀਂ। ਤੁਸੀਂ ਲਾਭ ਦੇਣ ਦੀ ਗੱਲ ਕਰਦੇ ਵੀ ਲਾਭ ਲੈਣਾ ਆ, ਕਿਸਾਨ ਇਸ ਲਾਭ ਨੂੰ ਲੈਣਾ ਨਹੀਂ ਚਾਹੁੰਦੇ। ਕਿਸਾਨਾਂ ਨੂੰ ਪਤਾ ਆ, ਕਿਸਾਨਾਂ ਨੂੰ ਸਮਝ ਆ ਗਈ ਆ, ਕਿਉਂਕਿ ਜਿੱਥੇ ਜਿੱਥੇ ਵੀ ਇਹੋ ਜਿਹਾ ਬਿੱਲ ਪਹਿਲਾਂ ਅਮਰੀਕਾ 'ਚ ਤੇ ਹੋਰ ਯੂਰਪ ਦੇ ਕੰਟਰੀਆਂ 'ਚ ਲਾਗੂ ਹੋਏ ਆ, ਉਹਨਾਂ ਦੀ ਨਕਲ ਇਹ ਮਾਰ ਕੇ ਮੋਦੀ ਜਿਹੜਾ ਆ ਇਹਨੇ ਬਿੱਲ ਪੇਸ਼ ਕੀਤੇ ਆ। ਉੱਥੇ ਦੀ ਕਿਸਾਨੀ ਪੂਰੀ ਤਰ੍ਹਾਂ ਤਬਾਹ ਹੋ ਗਈ ਔਰ ਖੇਤੀ ਜਿਹੜੀ ਉੱਥੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਚਲ ਗਈ ਆ, ਵੱਡੇ ਵੱਡੇ ਫਾਰਮ ਬਣ ਗਏ ਆ ਔਰ ਕਿਸਾਨੀ ਜਿਹੜੀ ਬੇਰੁਜ਼ਗਾਰ ਹੋ ਕੇ ਕਾਰਖਾਨੇ ਜਾ ਕੇ ਮਜ਼ਦੂਰੀ ਕਰਨ ਲਈ। ਤੁਹਾਡਾ ਕੀ ਕਹੋਗੇ, ਅੱਜ ਵਿਜੇ ਸੰਪਲਾ ਪਹੁੰਚੇ ਨਹੀਂ ਇੱਥੇ ਹਲੇ ਤੱਕ? ਅੱਜ ਜਦੋਂ ਸਾਨੂੰ ਪਤਾ ਲੱਗਾ ਵੀ ਇੱਥੇ ਵਿਜੇ ਸੰਪਲਾ ਤੇ ਸੋਮ ਪ੍ਰਕਾਸ਼ ਆ ਰਹੇ ਆ, ਤੇ ਅਸੀਂ ਸਾਡੀਆਂ ਜਥੇਬੰਦੀਆਂ ਨੇ ਜੋ ਸਾਡੇ ਨੁਮਾਇੰਦੇ ਆ, ਉਹਨਾਂ ਨੇ ਸਾਰਿਆਂ ਨੇ ਵਿਚਾਰ ਕਰਕੇ ਇਹ ਪ੍ਰੋਗਰਾਮ ਉਹਦੇ ਵਿਰੋਧ 'ਚ ਰੱਖਿਆ, ਕਿਉਂਕਿ ਸਾਨੂੰ ਸੰਯੁਕਤ ਮੋਰਚੇ ਦੀ ਕਾਲ ਆ। ਜਿੰਨਾ ਚਿਰ ਸੈਂਟਰ ਸਰਕਾਰ ਨੇ ਸਾਡੇ ਤੇ 3 ਕਾਲੇ ਕਾਨੂੰਨ ਥਾਪੇ ਉਹ ਵਾਪਸ ਨਹੀਂ ਲੈਂਦੀ, ਉਹਨਾਂ ਚਿਰ ਇਹਨਾਂ ਦਾ ਵਿਰੋਧ ਜਾਰੀ ਰਹੂਗਾ। ਚਾਹੇ ਬੀਜੇਪੀ ਦਾ ਕੋਈ ਵੀ ਪ੍ਰਵਕਤਾ ਕਿਤੇ ਵੀ ਕਰੇ, ਅਸੀਂ ਡਟ ਕੇ ਵਿਰੋਧ ਕਰਾਂਗੇ। ਪ੍ਰਸ਼ਾਸਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵੀ ਜੇ ਕਿਸਾਨਾਂ ਦਾ ਐਜੀਟੇਸ਼ਨ ਚੱਲਦਾ ਆ, ਕਿਸਾਨਾਂ ਦੀ ਸੰਯੁਕਤ ਮੋਰਚੇ ਵੱਲੋਂ ਚੇਤਾਵਨੀ ਆ, ਤੇ ਪਰ ਇੱਦਾਂ ਦਾ ਪ੍ਰੋਗਰਾਮ ਹੋਣ ਤੋਂ ਬੀਜੇਪੀ ਦੇ ਐਂਟਰੀ ਕਰਨ ਤੋਂ ਰੋਕਣਾ ਚਾਹੀਦਾ। ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ, ਬਈ ਇਹਨਾਂ ਨੂੰ ਇੱਥੇ ਕਿਸੇ ਵੀ ਪ੍ਰੋਗਰਾਮ ਤੇ ਜਿੱਥੇ ਕਿਸਾਨਾਂ ਦਾ ਵਿਰੋਧ ਆ ਕਰਦੇ ਉੱਥੇ ਰੋਕਣਾ ਚਾਹੀਦਾ। ਜਦੋਂ ਪਤਾ ਇਹ ਵਿਰੋਧ ਹੈ ਜੀ, ਕਿਉਂਕਿ ਵਾਰ-ਵਾਰ ਜਿਹੜੇ ਪ੍ਰੋਗਰਾਮ ਨੇ ਉਹ ਲਿਖੇ ਜਾਂਦੇ ਨੇ ਬੀਜੇਪੀ ਦੇ ਵੱਲੋਂ। ਅਸੀਂ ਤੇ ਇਹ ਗੱਲ ਇਹਨਾਂ ਨੂੰ ਬੀਜੇਪੀ ਦੇ ਜਿਹੜੇ ਲੀਡਰ ਆਪਣੇ ਆਪ ਨੂੰ ਕਹਾਉਂਦੇ ਆ, ਉਹ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਜੇ ਤੁਸੀਂ ਪੰਜਾਬ 'ਚੋਂ ਨੁਮਾਇੰਦੇ ਚੁਣੇ ਗਏ ਆ ਤੇ ਤੁਹਾਨੂੰ ਚਾਹੀਦਾ ਆਪਣੀ ਅਹੁਦੇ ਦੀ ਹੈਸੀਅਤ ਨਾਲ ਉਹ ਜਿਹੜਾ ਮੋਦੀ ਸੁੱਤਾ ਆ, ਜ਼ਾਲਮ ਆ, ਉਹਦੇ ਕੋਲ ਜਿਹੜੇ 3 ਕਾਲੇ ਕਾਨੂੰਨ ਆ ਉਹ ਮਾਫ ਕਰਾ ਕੇ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਵਾਏ ਜਾਣ। ਸਾਡੇ ਤਕਰੀਬਨ 550 ਤੋਂ ਉੱਪਰ ਕਿਸਾਨਾਂ ਦੀ ਉੱਥੇ ਮੌਤ ਹੋ ਚੁੱਕੀ ਆ। ਜਿਹੜੀ ਸੈਂਟਰ ਸਰਕਾਰ ਕਹਿੰਦੀ ਆ ਵੀ ਸਾਡੇ ਕੋਲ ਕੋਈ ਬੇਰਬਾਈ ਹੈ ਨਹੀਂ, ਸਾਨੂੰ ਪਤਾ ਹੀ ਨਹੀਂ। ਦੇਖੋ ਇੰਨੀ ਮਾੜੀ ਸਰਕਾਰ ਆ। ਕਿਸਾਨ ਸਾਡੇ ਸੰਯੁਕਤ ਮੋਰਚੇ ਨੇ ਉਹਦੇ ਸੰਬੰਧ ਵਿੱਚ ਜੰਤਰ ਮੰਤਰ ਤੇ ਆਪਣਾ ਸੰਸਦ ਚਲਾਇਆ, ਜੋ ਕਿ ਇਹ ਸਰਕਾਰ ਦੀ ਬੜੀ ਸ਼ਰਮ ਵਾਲੀ ਗੱਲ ਆ। ਜੋ ਸਾਨੂੰ ਉਹ ਕਾਲ ਕਰਨਗੇ ਸੰਯੁਕਤ ਮੋਰਚਾ, ਚਾਹੇ ਬੀਜੇਪੀ ਦਾ ਕੋਈ ਵੀ ਲੀਡਰ ਆਵੇ, ਕਿਤੇ ਵੀ ਆਵੇ, ਕਿਤੇ ਵੀ ਇਕੱਠ ਹੋਵੇ, ਅਸੀਂ ਉਹਨਾਂ ਦਾ ਡਟ ਕੇ ਵਿਰੋਧ ਕਰਾਂਗੇ, ਕਰਦੇ ਰਵਾਂਗੇ। ਅਜਿਹੇ ਵਿਰੋਧ ਕਦੋਂ ਤੱਕ ਚੱਲਣਗੇ, ਕਦੋਂ ਤੱਕ? ਵੀਰ ਜੀ, ਜਦੋਂ ਤੱਕ ਇਹ ਜਿਹੜੇ 3 ਕਾਲੇ ਕਾਨੂੰਨ ਤੇ MSP ਜਿਹੜਾ ਕਾਨੂੰਨ ਨਹੀਂ ਬਣ ਜਾਂਦਾ, ਉਦੋਂ ਤੱਕ ਇਹ ਵਿਰੋਧ ਚੱਲਦੇ ਰਹਿਣਗੇ। ਨਾਮ ਕੀ ਹੈ ਤੁਹਾਡਾ? ਮੇਰਾ ਨਾਮ ਗੁਰਦੀਪ ਸਿੰਘ, ਐਕਸ ਸਰਪੰਚ ਪਿੰਡ ਬਲੇਨਾ ਜੀ, ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੂੰ ਮੈਂ ਰਿਪਰੈਜ਼ੈਂਟ ਕਰਦਾ। ਸੋ ਇਹ ਪਿੰਡ ਹਜ਼ਾਰਾ ਦੀਆਂ ਤਸਵੀਰਾਂ ਸੀ, ਜਿੱਥੇ ਵਿਜੇ ਸੰਪਲਾ ਨੇ ਅੱਜ ਆਣਾ ਸੀ। ਅੱਗੇ ਆ ਕੇ ਤੁਹਾਡਾ ਕੈਮਰਾਮੈਨ ਨੂੰ ਕਹਾਂਗਾ ਦਿਖਾਓ। ਦੂਜੇ ਪਾਸਿਓਂ ਕਿਸਾਨ ਆਗੂ ਜਿਹੜੇ ਨੇ ਆ ਰਹੇ ਨੇ। ਇਸ ਪਾਸੇ ਅੱਜ ਵਿਜੇ ਸੰਪਲਾ ਦੇ ਆਉਣ ਦਾ ਪ੍ਰੋਗਰਾਮ ਸੀ, ਪਰ ਕਿਸਾਨ ਜਥੇਬੰਦੀਆਂ ਦੇ ਆਗੂ, ਨੁਮਾਇੰਦੇ ਜਾਂ ਪਿੰਡ ਦੇ ਵਰਕਰ, ਕਿਸਾਨ ਆਗੂ ਜਿਹੜੇ ਇੱਥੇ ਪਹੁੰਚ ਜਾਂਦੇ ਨੇ ਤਾਂ ਜੋ ਪ੍ਰੋਗਰਾਮ ਬੀਜੇਪੀ ਨੂੰ ਪ੍ਰੋਗਰਾਮ ਕਰਨ ਦਾ ਮੌਕਾ ਨਾ ਮਿਲੇ। ਪ੍ਰੋਗਰਾਮ ਲਗਾਤਾਰ ਰੱਦ ਕਰਾਏ ਜਾ ਰਹੇ ਨੇ ਕਿਸਾਨ ਆਗੂਆਂ ਵੱਲੋਂ, ਕਿਉਂਕਿ ਮਸਲਾ ਇੱਕੋ ਇੱਕ ਹੈ। 3 ਕਾਲੇ ਕਾਨੂੰਨ, 3 ਬਿੱਲ ਜਿਹੜੇ ਆ ਰੱਦ ਹੋਣੇ ਚਾਹੀਦੇ। ਉਸ ਤੋਂ ਬਾਅਦ ਕੋਈ ਵੀ ਪ੍ਰੋਗਰਾਮ ਪੰਜਾਬ ਵਿੱਚ ਕਰ ਸਕਦੇ। ਜਦੋਂ ਤੱਕ ਰੱਦ ਨਹੀਂ ਹੁੰਦੇ ਬਿੱਲ, ਉਦੋਂ ਤੱਕ ਵਿਰੋਧ ਪੰਜਾਬ ਦੇ ਹਰ ਕੋਨੇ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਹੂਗਾ। ਮੌਜੂਦ ਹਾਂ ਅਸੀਂ ਇਸ ਟਾਈਮ ਪਿੰਡ ਹਜ਼ਾਰਾ, ਜ਼ਿਲ੍ਹਾ ਜਲੰਧਰ ਦੇ ਵਿੱਚ। ਕੈਮਰਾਮੈਨ ਰਾਜਕੇਸ਼ ਦੇ ਨਾਲ ਭਗਵੰਤ ਸਿੰਘ ਮਟੌਰ, ਪ੍ਰੋ ਪੰਜਾਬ TV।